ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ ਐਂਡ ਅਸਲਾਮ ਵਾਲੇਕਮ ਵੈਲਕਮ ਬੈਕ ਟੂ ਪੰਜਾਬੀ ਸ਼ਾਰਟਸ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚੈਨਲ ਨੂੰ ਐਂਡ ਅੱਜ ਜੋ ਆਪਣੇ ਗੈਸਟ ਹੈਗੇ ਆ ਪੰਜਾਬੀ ਸ਼ਾਰਟਸ ਦੇ ਵਿੱਚ ਉਹ ਹੈਗੇ ਆ ਪੰਜਾਬੀਆਂ ਦੀ ਸ਼ਾਨ ਦਿਲਾਂ ਦੀ ਜਾਨ ਪਾਰੁਲ ਗੁਲਾਟੀ Thank you for having me, and thanks for this really nice intro. Really, anytime. How's Dubai treating you? oh, it's really hot. It's hot, It's right? really hot. ਮੈਂ ਪੁੱਛਣ ਵਾਲੀ ਸੀਗੀ ਕਿ ਦੁਬਈ ਦੀ ਗਰਮੀ ਕਿੱਦਾਂ ਲੱਗ ਰਹੀ ਹੈ ਤੁਹਾਨੂੰ Our hair can tell. Of frizz आ गया साढ़े वालों ਮੇਰੇ ਵੀ पे. ਬਾਲ I ਏਦਾਂ can ਖੜੇ ਹੋ see your ਜਾਂਦੇ hair. ਮੈਂ ਨਾ ਦੁਬਈ ਦੇ ਵਿੱਚ ਬਿਕਾਜ਼ ਅੱਜ ਮੈਂ ਖੁੱਲੇ ਛੱਡ ਲਏ ਕਿਉਂਕਿ ਆਪਾਂ ਪੋਡਕਾਸਟ ਕਰ ਰਹੇ ਹਾਂਗੇ ਅਦਰਵਾਈਜ਼ ਮੈਂ ਬਾਲ ਬੰਨ ਕੇ ਰੱਖਦੀ ਹਾਂ ਹਮੇਸ਼ਾ ਬਿਕਾਜ਼ ਹਿਊਮਿਡਿਟੀ ਇੰਨੀ ਜ਼ਿਆਦਾ ਹੈ ਬਾਹਰ ਯੂ ਕੈਨ ਬੇਅਰਲੀ ਬਰੀਥ like outside, yeah. And I think you live in Mumbai, right? Yes, I do. हाँ. It's humid, पर इतना humid नहीं है. ਇੰਨਾ ਨਹੀਂ ਹੈਗਾ Today मैंने भी हो गए 1-2 दिन that I've been doing interviews. कुछ ना कुछ हो रहा है, shoot हो रहा है. I didn't want to put heat on my hair today. Right. तो मैं भी आपदे निशर ला ले. ਬਹੁਤ ਕੁਝ ਸਿੱਖਣ ਨੂੰ ਮਿਲਣਾ ਅੱਜ ਤੁਹਾਡੇ ਤੋਂ ਮੈਨੂੰ ਹੇਅਰ ਕੇਅਰ ਐਂਡ ਆਲ ਦੈਟ ਬਿਕਾਜ਼ ਆਈ ਐਮ ਨਾਟ ਦ ਪਰਸਨ ਜੋ ਬਾਲਾਂ ਦਾ ਧਿਆਨ ਰੱਖੂਗੀ ਸਕਿਨ ਦਾ ਧਿਆਨ ਰੱਖੂਗੀ ਐਂਡ ਆਈ ਥਿੰਕ ਆਮ ਗੋਣਾ ਲਰਨ ਲੋਟ ਫਰਮ ਯੂ ਐਂਡ ਪਾਰੁਲ ਮੈਂ ਅੱਜ ਦਾ ਜਿਹੜਾ ਪੋਡਕਾਸਟ ਹੈ ਨਾ ਟੂ ਬੀ ਓਨੈਸਟ ਇਹ ਮੈਂ ਆਈ ਮਾਈਟ ਸਾਊਂਡ ਸੈਲਫਿਸ਼ ਬਟ ਇਹ ਮੈਂ ਆਡੀਅנס ਲਈ ਨਹੀਂ ਕਰ ਰਹੀ ਮੈਂ ਆਪਣੇ ਲਈ ਕਰ ਰਹੀ ਹੈ ਬਿਕਾਜ਼ ਆਈ ਵਾਂਟ ਟੂ ਲਰਨ ਫਰਮ ਯੂ ਆਈ ਵਾਂਟ ਟੂ ਨੋ ਯੂਰ ਸਟਰਗਲ ਸਟੋਰੀਜ਼ ਆਈ ਵਾਂਟ ਟੂ ਨੋ ਯੂਰ ਚੈਲੰਜਸ ਵਾਟ ਯੂ ਫੇਸਡ ਇਨ ਯੂਰ ਬਿਜ਼ਨਸ ਕਿਉਂਕਿ ਤੁਸੀਂ ਐਕਟਿੰਗ ਵੀ ਕਰ ਰਹੇ ਹੋ ਨਾਲ ਬਹੁਤ ਹੀ ਸਕਸੈਸਫੁਲ ਬਿਜ਼ਨਸ ਵੀ ਰਨ ਕਰ ਰਹੇ ਹੋ ਐਂਡ ਆਈ ਵਾਂਟ ਟੂ ਨੋ ਬਿਹਾਈਂਡ ਦ ਸੀਨ ਕਿਉਂਕਿ ਬਾਹਰੋਂ ਤਾਂ ਸਾਰਿਆਂ ਨੂੰ ਰੋਜ਼ੀ ਐਂਡ ਗਲੈਮਰਸ ਬਹੁਤ ਸੋਹਣਾ ਲੱਗ ਰਿਹਾ ਬਟ ਆਈ ਵਾਂਟ ਟੂ ਨੋ ਕਿ ਇੰਨੀ ਛੋਟੀ ਉਮਰ 'ਚ ਇੰਨੀ ਸੋਹਣੀ ਕੁੜੀ ਨੇ ਇੰਨਾ ਬਿਜ਼ਨਸ ਕਿੱਦਾਂ ਵੱਡਾ ਕੀਤਾ ਕਿੱਦਾਂ ਤੁਸੀਂ ਇੱਥੋਂ ਤੱਕ ਪਹੁੰਚੀ ਬਟ ਬਿਫੋਰ ਵੀ ਸਟਾਰਟ ਦੈਟ ਆਈ ਵਾਂਟ ਟੂ ਨੋ ਯੋਰ ਬੈਕਗਰਾਊਂਡ ਕਿਉਂਕਿ ਸ਼ਾਇਦ ਜੋ ਮੇਰੀ ਆਡੀਅנס ਹੈ ਨਾ ਪੰਜਾਬ ਦੀ ਆਡੀਅנס ਹੈਗੀ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਹੈਗਾ ਕਿ ਤੁਹਾਡਾ ਬੈਕਗਰਾਊਂਡ ਕੀ ਹੈ ਪੀਪਲ ਵਾਂਟ ਟੂ ਨੋ ਕਿ ਤੁਹਾਡਾ ਬੈਕਗਰਾਊਂਡ ਕੀ ਹੈ ਤੁਸੀਂ ਸਕੂਲਿੰਗ ਕਿੱਥੋਂ ਕੀਤੀ ਤੇ ਮੈਂ ਵੀ ਜਾਣਨਾ ਚਾਹੁੰਦੀ ਹੈਗੀ Okay. मैं रोहतक तो हाँ रोहतक हरियाणा च है छोटा जिहा शहर है राइट मैं स्कूलिंग उत्थों ही की ते आई वाज वेरी यंग व्हेन आई गॉट अ मैसेज ऑन फेसबुक फॉर एक्टिंग वाओ या आई वाज क्रेजी मैं स्कूल च सी मैंने मैसेज आया आई जस्ट एंटर्ड 12 okay मतलब यंग एज इन लाइक व्हेन यू डोंट नो कि ਤੁਹਾਨੂੰ ਪਤਾ ਵੀ ਨਹੀਂ ਹੈ ਕਿ ਕੀ ਕੈਰੀਅਰ ਬਣਾਉਣਾ ਹੈ ਰਾਈਟ ਤਾਂ ਮੈਨੂੰ ਮੈਸੇਜ ਆਇਆ ਆਈ ਵਾਸ 17 that time and ਮੈਨੂੰ ਸਮਝ ਨਹੀਂ ਆਇਆ ਕਿ ਮੈਸੇਜ ਆਇਆ what does it mean ਇਗਨੋਰ ਕਰ ਦਿੰਨੇ ਆਪਾਂ ਹਾਂ ਤੇ ਫੇਸਬੁੱਕ ਵੀ ਬਹੁਤ ਨਵਾਂ ਸੀ ਉਸ ਟਾਈਮ ਤਾਂ ਮੈਸੇਜ ਵੇਖ ਕੇ ਮੈਨੂੰ ਲੱਗਿਆ ਕਿ ਪਤਾ ਨਹੀਂ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਨਾ ਕਿ ਗਟ ਫੀਲਿੰਗ ਸੈਜ਼ ਦੈਟ ਟਰਾਈ ਕਰਨੇ ਆ ਤਾਂ ਮਾਈ ਬ੍ਰਦਰ ਐਂਡ ਆਈ ਬੈਗਡ ਹਿਮ ਕਿ ਮੇਰੇ ਨਾਲ ਚੱਲ ਮੈਨੂੰ ਨਾ ਆਡੀਸ਼ਨ ਦੇਣੀ ਹੈ ਜਾ ਕੇ ਬੰਬੇ ਤਾਂ ਉਹ ਮੇਰੇ ਨਾਲ ਆਇਆ ਆਪਾਂ ਆਈ ਰਿਮੈਂਬਰ in afternoon I told him in evening I went and booked the ticket at the station Delhi to ek train chaldi hai ਕਰ ਦੇਨੇ ਅਲਾਉਡ ਕਰਤਾ ਨਹੀਂ ਬਾਅਦ ਚ ਟਿਕਟ ਬੁੱਕ ਕਰਨ ਤੋਂ ਬਾਅਦ ਕਿਹਾ ਕਿ ਆਪਾਂ ਜਾ ਰਹੇ ਹਾਂ and then my mama knew somebody he called somebody he arranged ਕਿ ਏਦਾਂ ਕੋਈ ਬੇਵਕੂਫ ਨਾ ਬਣਾ ਦੇ ਸਾਡੇ ਬੱਚਿਆਂ ਦਾ ਤਾਂ we came to Bombay we auditioned and I got the role ਤਾਂ ਪਹਿਲਾ ਜਿਹੜਾ ਸਟਾਰਟ ਸੀ ਨਾ that was very smooth wow ਪਹਿਲੀ ਆਡੀਸ਼ਨ 'ਚ ਰੋਲ ਮਿਲ ਗਿਆ ਤੁਹਾਨੂੰ they had already thought of it that they wanted someone like me raw not me like new face and it was a TV show it was with Yami Gautam it was a story of two sisters ਤਾਂ ਉਹਨਾਂ ਨੂੰ ਲੱਗਿਆ ਸਾਡੇ ਵਿੱਚ similarity ਹੈ right and same way I mean I'm lucky I'll be very grateful pehla just start hoya na I always felt that God was with me there was some hand holding that happened always and having my brother with me was very important you are lucky trust me so your family was very like supportive like I know your brother is he's always with you supporting you he's like your backbone I can tell yeah so how was your parents reaction ਉਹਨਾਂ ਦਾ ਕੀ ਕਹਿਣਾ ਸੀਗਾ they got scared a little ki Bombay na vadda shahar hai they get scared for any place which is new or especially in North India I think small towns like Rohtak is a city big city but still like North India ਚ ਥੋੜਾ ਜਿਹੀ thinking ਉਦਾਂ ਦੀ ਹੁੰਦੀ ਹੈ ਕਿ modeling acting is not
good है ना ਅਤੇ ਸੇਫ ਵੀ ਰਹਿਣਗੇ ਕਿ ਨਹੀਂ ਹਾਂ ਉਹੀ ਨਾ ਕੱਲੀ ਕੁੜੀ ਨੂੰ ਇਸ ਏਜ ਦੇ ਵਿੱਚ ਭੇਜਣਾ that they get scared and I totally understand because I experienced my parents were scared. I entered in modeling in my early 20s but I didn't continue because my parents freaked out but I'm glad ਕਿ ਤੁਹਾਡੇ parents ਨੇ ਤੁਹਾਨੂੰ ਹੈ ਨਾ support ਕੀਤਾ ਤੁਹਾਡੇ brother ਨੇ ਤੁਹਾਨੂੰ support ਕੀਤਾ that's nice. ਤੇ schooling ਵੀ ਤੁਸੀਂ ਰੋਹਤਕ ਤੋਂ ਕੀਤੀ ਹਾਂਜੀ ਫਿਰ ਉਸ ਤੋਂ ਬਾਅਦ ਸਕੂਲਿੰਗ ਕੰਟੀਨਿਊ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਡਿਸਟੈਂਸ ਐਜੂਕੇਸ਼ਨ ਕੀਤੀ ਬੰਬੇ ਰਹਿ ਕੇ ਕਿ ਮੈਨੂੰ ਉਸ ਤੋਂ ਬਾਅਦ ਲੱਗਿਆ ਕਿ ਮੈਂ ਪੂਰੀ ਲਾਈਫ ਕਰਨਾ ਹੈ ਮੈਨੂੰ ਐਕਟਿੰਗ ਕਰਨੀ ਹੈ ਮੈਨੂੰ ਕੈਮਰਾ ਪਸੰਦ ਹੈ ਮੈਨੂੰ that the whole thing when you become another character when it's not just being in front of the camera it's more than that when you switch it becomes your passion then you don't feel like it's work even if you work like 15 hours you don't feel like it's work. You want to keep working even if you're tired, sleepy. I can feel you. Like I can see that. You're that person yourself. Mainu bhi passion hega kam da, business da, success da, wo nasha hai na. I think you have that and you don't have to tell. I can tell from your social media, from the way you talk about your business. Niche hair. Let's talk about niche hair. What is niche hair and how did you start it? ਨਾਮ ਕਿੱਥੋਂ ਆਇਆ ਮੈਂ ਕਿਊਰੀਅਸ ਆ ਬਹੁਤ ਮੈਂ ਘਰੇ ਵੀ ਆਪਣੇ ਫਿਆਂਸੇ ਨਾਲ ਗੱਲ ਕਰ ਰਹੀ ਸੀ ਕਿ ਮੈਂ ਜਾਣਨਾ ਨਿਸ਼ ਹੇਅਰ ਪਿਆ ਕਿੱਥੋਂ ਨਾਮ ਮੇਰਾ ਘਰ ਦਾ ਨਾਮ ਨੀਸ਼ੂ ਹੈ ਇਸ ਕਰਕੇ and that also my brother had named my brother named me Parul ਤੇ ਨੀਸ਼ੂ both the names he had ਹੁੰਦਾ ਨਾ ਨੌਰ ਚ ਪ ਤੇ ਨ ਤੇ ਨਾ ਆਇਆ ਤਾਂ you have to have two names so Parul ਤੇ ਨੀਸ਼ੂ these are two names so mama and Kapil everyone at home calls me Nishu so it came from there. And how it started was, it has a connection with my Punjabi films. I was doing Punjabi movies. And, ਤੁਹਾਨੂੰ ਲੱਗਦਾ ਜਦ ਤੁਸੀਂ ਬੜੇ ਸਟਾਰ ਬਣੋਗੇ ਤਾਂ you'll have your own brand ਜਾਂ ਕੁਝ ਬਣਾਉਣਾ ਹੈ ਆਪਣਾ ਖੁਦ ਦਾ ਤਾਂ ਮੈਨੂੰ ਲੱਗਦਾ ਸੀ ਜਿਸ ਦਿਨ I'll become a very big actress, I'll have my own brand of something. But I didn't know what. And then I was watching Keeping Up with Kardashians one day. And I saw them talking about hair extensions. I was like, boom, I'll do a business of hair extensions. Just became clear. I had been using hair extensions for many years. But clarity came from watching Keeping Up with Kardashians. That's nice. And I was going to do this movie, which I thought would be my career's biggest. It'll make me a star. Bollywood movie? Punjabi movie. Okay. And then during promotions I figured nahi chalne wali this will not do well ਕਿਹੜੀ ਮੂਵੀ ਸੀ ਦੱਸੋ ਪੰਜਾਬੀ ਐਕਟਰੈਸ ਹੈ ਪਾਰੁਲ ਗੁਲਾਟੀ ਬਹੁਤ ਸਾਰੀਆਂ ਪੰਜਾਬੀ ਮੂਵੀਜ਼ ਵੀ ਕੀਤੀਆਂ ਤੇ ਦੱਸੋ ਕਿਹੜੀ ਮੂਵੀ ਸੀ ਜ਼ੋਰਾਵਰ ਚਲੋ ਹੁਣ ਚਲਾ ਦਾਂਗੇ ਆਪਾਂ ਸਾਰਿਆਂ ਨੇ ਦੇਖਣੀ ਹੈ ਜਿਹੜੇ ਦੇਖ ਰਹੇ ਆ ਨਾ ਪੋਡਕਾਸਟ ਜਾ ਕੇ ਜ਼ੋਰਾਵਰ ਮੂਵੀ ਦੇਖੋ ਕਿਹੜੇ YouTube ਤੇ ਹੈਗੀ ਹੈ ਨਹੀਂ I think so ਮੈਨੂੰ ਨਹੀਂ ਪਤਾ it was one platform. I don't remember now. It didn't work that much. ਕੋਈ ਗੱਲ ਨਹੀਂ ਹੁਣ ਚਲਾ ਦਾਂਗੇ ਆਪਾਂ Thank you. ਤੇ ਹਾਂਜੀ ਫਿਰ ਉਦੋਂ ਤੁਸੀਂ ਸੋਚਿਆ ਵੀ during that it was 1st May. I still remember because 6th May my movie was releasing and 1st May I was like okay I should have my business or let's start working towards it. I started working towards it is when and I gave myself this thing that I'll launch it on this X date. Nothing, when ਤੁਸੀਂ plan ਕਰਦੇ ਹੋ ਕੁਝ ਨਹੀਂ ਹੁੰਦਾ I kept on planning, kept on thinking of pieces, kept on making pieces but then one day again I was like chalo launch ਕਰ ਹੀ ਦਿੰਨੇ ਆ there was no launch as in website ਬਣਾ ਲਈ product ਪਾਤਾ ਉਸ ਤੋਂ ਬਾਅਦ ਦੇਖਨੇ ਆ ਕੀ ਹੁੰਦਾ and I kept on it took 1 year to get probably 2 sales. When did you start with one? 2017 is when I properly put it in corporation because 16 was I had the idea. I had made website but website wasn't functioning because checkout bhi nahi hunda si meri website te. Instagram te I had taken a handle. Nishhair.com were the two things. I only had these two things. I didn't have bank account. I didn't have registration. Everything happened one by one. It took several years and now people know it of it as Nish Hair. I have goosebumps listening to you because you just mentioned ke pehle saal 2 sales hi hai and look at you today. Look at you, like you are I think the most strongest woman who's running her business by yourself in India I think and the youngest I think in ਤੁਹਾਡੇ ਤੋਂ ਯੰਗ I don't think so ਕੋਈ ਹੋਏਗਾ ਪਤਾ ਨਹੀਂ ਮੈਂ ਰਿਸਰਚ ਨਹੀਂ ਕੀਤੀ ਬਟ ਮੈਨੂੰ ਤਾਂ ਤੁਸੀਂ ਦੱਸ ਦਿਓਗੇ ਹਰ ਪਲੇਟਫਾਰਮ ਤੇ ਤੁਸੀਂ ਦੇਖਦੇ ਆ ਹਰ ਬੰਦਾ ਤੁਹਾਡੇ ਬਾਰੇ ਗੱਲ ਕਰ ਰਿਹਾ ਹੁੰਦਾ ਹੈਗਾ ਤੇ ਫਿਰ ਤੁਸੀਂ ਚਲੋ ਨਿਸ਼ ਹੇਅਰ ਸਟਾਰਟ ਹੋਇਆ
ਕਾਫੀ ਸਾਲ ਆਮ ਸ਼ੋਰ ਸਟਰਗਲ ਵੀ ਰਿਹਾ ਹੋਣਗੇ ਵਿੱਚ ਕੋਵਿਡ ਵੀ ਆ ਗਿਆ ਕੋਵਿਡ 'ਚ ਤਾਂ ਸਾਰੇ ਨੇ ਸਟਰਗਲ ਕੀਤਾ ਹੈ ਨਾ ਆਮ ਸ਼ੋਰ ਆਈ ਥਿੰਕ ਕੋਵਿਡ ਤੋਂ ਬਾਅਦ ਤੁਹਾਡਾ ਬਿਜ਼ਨਸ ਪਿਕ ਹੋਇਆ ਲਾਈਕ कोविड च मेरा एक्टिंग बिजनेस पूरा मतलब कुछ नहीं हो रहा सी एक्टिंग I was only making videos. I think in 2020 is when I realized what people wanted. With Niche Hair, I think I could completely focus for 1 year only on Niche Hair. And I kept on making content, and I think that was the most important year of my life. 2020. Yeah. Niche Hair did its, I mean, touch wood. I mean, I'm not saying it did its maximum sale in 2020. During COVID? Yes. No way. Because it reached the audience. Everybody was on phone. And you were creating content. Very smart. That's what I wanted to know. I was just making content because I'm an actor. I need to face camera. Right. जब मैं camera नहीं face करती मैंने लगता मेरा दिन नहीं पूरा होया. Right. I need to face camera in whatever way. Right. So every morning I'll sit, I'll make videos, I'll go live on Instagram, and it just kept on working in some way. I reached people all across through social media. मेरी तो कोई shop नहीं है, मेरा तो कोई physical store भी नहीं सी. Everything is online, huh? It was my physical store was my Instagram at Niche Hair. Right. मैं उससे ही बस लगी रही. And for me, I think it worked. Very nice. Very impressive. Then, ਫਿਰ ਹੁਣ ਤੁਸੀਂ ਨਾਲ ਦੀ ਨਾਲ Niche Hair business run ਹੋ ਰਿਹਾ ਹੈਗਾ ਹਨਾ ਸਾਈਡ ਤੇ ਨਾਲ ਦੀ ਨਾਲ ਤੁਸੀਂ ਐਕਟਿੰਗ ਵੀ ਕਰ ਰਹੇ ਹੋਗੇ and doing both the things at the same time is not easy. Trust me. I'm in business, so I know how difficult it is. 15 ਘੰਟੇ ਵੀ ਇੱਕ business ਨੂੰ ਦਿੰਨੇ ਫਿਰ ਵੀ enough ਨਹੀਂ ਹੁੰਦੇ and something like Niche Hair because it's big in India and ਉਹਨੂੰ ਹੈਂਡਲ ਕਰਨ ਲਈ ਆਈ ਥਿੰਕ ਮੋਰ ਦੈਨ 15 ਆਵਰਸ ਚਾਹੀਦੀ ਹੈਗੀ ਆਈਮ ਸ਼ੋਰ ਤੁਹਾਡੇ ਕੋਲ ਟੀਮ ਹੋਏਗੀ ਬਟ ਤੁਸੀਂ ਕਿੱਦਾਂ ਬੈਲੈਂਸ ਕਰਦੇ ਹੋਗੇ ਐਕਟਿੰਗ ਐਂਡ ਯੋਰ Niche Hair how do you balance both acting career and business? I try to. So first thing was building a strong team for me, right. which I did in the initial years. Right. I'm so glad something like Shark Tank happened because it gave me a perspective on how to be more professional now. Because earlier I was just running जिन्ना मैंने पता सी. Right. उस तो बाद I started seeking guidance and other things from around the people because people started first taking me seriously that she's doing a business. Right. Because when people see some numbers against a business, then they think, okay, totally. It's a proper business. Hanji. Then I focused on having a proper store. That's when I had a proper store, a proper head office because we were operating from home before Shark Tank. Okay. I always operated from home. I had my stitching in home, my manufacturing, to everything in one home. And now you have a store in India. We have a store, we have a head office, and we have a warehouse now. Wow. This warehouse was the biggest warehouse and manufacturing is under one roof now. We just got it on 20th. Congratulations. And Thank you are opening Niche Hair in Dubai. Yeah. Tell me more about it. I'm excited. I didn't know before we met. ਹੁਣ ਦੱਸੋ ਮੈਨੂੰ ਮੈਂ ਤਾਂ ਤੁਹਾਡੇ Niche Hair ਤੇ ਬੈਠੇ ਰਿਹਾ ਕਰਨਾ ਹੈ ਹਰ ਸ਼ੂਟ ਦੇ ਨਵੀਂ ਵਿਗ and it's in a location you'll love to come and shoot also. I'll tell you. But ਪਹਿਲਾਂ ਮੈਂ ਇੱਕ ਵਾਰ I'll just finish the fact कि balance ਕਿਵੇਂ ਹੋ ਰਿਹਾ. I think having an most important is having a good team. Right. And then just letting them work and not be a helicopter mom because I used to be one. Achha. So now I let them do the work. And I just govern. I don't, I'm not in it so much. So I can balance that I can do this. I can have an awesome chat with you. Exactly. And I can later look after what's happening. And then if there's a shoot, I can shoot. Right. And where I'm opening in Dubai is something that's going to excite you. I'm opening in Al Seef. Al Seef on the water canal. Creek. Yeah. No way. So you'd like to shoot there for sure because you can come and shoot there whenever. I would love to. Whenever you want. Yeah. हो गया सारा कुछ done हो गया? I was just choosing tiles and the wall fittings and stuff. I'm just coming from there. Wow. It's unreal. It's surreal. I mean, it started from my living room. Imagine. And now to see it's going international, I want to pinch myself. I'm so proud of you. And listening to this makes me feel so proud. You're Punjabi and you're young and you're a woman. And that I think inspires me a lot. ਤੁਹਾਨੂੰ ਮਿਲਣ ਤੋਂ ਪਹਿਲਾਂ ਮੈਂ ਤੁਹਾਡੇ ਸੋਸ਼ਲ ਮੀਡੀਆ ਨੂੰ ਦੇਖ ਕੇ ਉਹੀ ਸੋਚਦੀ ਹੁੰਦੀ ਸੀ ਕਿ ਛੋਟੀ ਜਿਹੀ ਕੁੜੀ ਹੈ ਸਾਰਾ ਕੁਝ ਕਰ ਰਹੀ ਹੈ ਐਕਟਿੰਗ ਵੀ ਕਰ ਰਹੀ ਹੈ ਕੋਲੈਬ ਵੀ ਕਰ ਰਹੀ ਹੈ ਸੋਸ਼ਲ ਮੀਡੀਆ ਵੀ ਰਨ ਕਰ ਰਹੀ ਹੈ ਐਂਡ ਦੈਨ ਇੰਨਾ ਵੱਡਾ ਬਿਜ਼ਨਸ ਵੀ ਕਰ ਰਹੀ ਹੈ ਹਾਊ ਆਈ ਵਾਂਟ ਟੂ ਨੋ ਐਂਡ here you are telling me all the stories and it's giving me goosebumps right now actually. You're doing it so well yourself. No, but I want to do what you're doing because ਮੈਂ ਇੰਸਪਾਇਰ ਹੁੰਨੀ ਆ ਹਨਾ ਦੂਸਰੇ ਬੰਦੇ ਦੀ ਸਟੋਰੀ ਸੁਣ ਕੇ
ਤੇ ਟਰਸਟ ਮੀ ਮੈਂ ਆਪਣੇ ਫਿਓਂਸੇ ਨੇ ਵੀ ਘਰ ਕਹਿ ਰਹੀ ਸੀਗੀ ਮੈਂ ਕਿਹਾ ਮੈਂ ਉਹਨਾਂ ਦੀ ਸਟੋਰੀ ਸੁਣੀ ਹੈ ਹਾਊ ਸ਼ੀ ਸਟਾਰਟਡ ਇਨ ਸ਼ੇਅਰ ਬਿਕਾਜ਼ ਆਈ ਵਾਂਟ ਟੂ ਸਟਾਰਟ ਸਮਥਿੰਗ ਔਨ ਮਾਈ ਓਨ ਬਟ ਨਾਟ ਰਿਲੇਟਡ ਟੂ ਸਮ beauty or something related to my business like real estate but I wanna learn first ਕਿਉਂਕਿ ਜਦੋਂ ਆਪਾਂ ਕਿਸੇ ਐਕਸਪੀਰੀਅੰਸ ਬੰਦੇ ਨਾਲ ਬੈਠ ਕੇ ਸੁਣਦੇ ਆ ਹਨਾ ਤਾਂ it's always helps the struggles behind it ਹੈ ਨਾ It does. But I think what you're doing, my brother, whatever he's told me about real estate, the videos you make, and how I want to sit in your private jet when you're getting it. Definitely. I so want to be. What a great dream. How did you get that? Like, how did you have that 365 days you want to work to get a... I'll tell you. ਮੇਰੇ ਨਾ ਮੈਂ ਇੱਕ ਪਿੰਡ ਤੋਂ ਆਂਗੀ ਪੰਜਾਬ ਦੇ ਪਿੰਡ ਤੋਂ ਗਾਉਂ ਤੋਂ ਹੈ ਨਾ ਕੀ ਨਾਂ ਪਿੰਡ ਦਾ ਗਿੱਦੜ ਬਠਿੰਡੇ ਇੱਕ ਛੋਟਾ ਜਿਹਾ ਪਿੰਡ ਹੈਗਾ ਬਠਿੰਡਾ ਸ਼ਹਿਰ ਦਾ ਨਾਮ ਹੈ ਉਹਦੇ ਲਾਗੇ ਇੱਕ ਪਿੰਡ ਹੈਗਾ ਤੇ ਮੇਰੇ ਪਿੰਡ ਦੇ ਵਿੱਚ ਨਾ ਸਾਡੇ ਗੁਆਂਢੀਆਂ ਨੇ ਨਾ ਰੂਮਰ ਫੈਲਾਤੇ ਸੀਗੇ ਕਿ ਇਹਨਾਂ ਦੀ ਕੁੜੀ ਨੇ ਤਾਂ ਜਹਾਜ਼ ਲੈ ਲਿਆ ਬਿਕਾਜ਼ ਆਈ ਯੂਜ਼ਡ ਟੂ ਟਰੈਵਲ ਅ ਲੋਟ 2-3 years ago because I used to go to London ਜਹਾਜ਼ ਲੈ ਲਿਆ I love it. I used to go to London, Europe. I used to travel a lot. Rumor ਫੈਲ ਗਿਆ ਕਹਿੰਦੇ ਇਹਨਾਂ ਦੀ ਕੁੜੀ ਨੇ ਤਾਂ ਜਹਾਜ਼ 'ਚ ਹਿੱਸਾ ਪਾ ਲਿਆਗਾ ਕਹਿੰਦੇ ਬਹੁਤ ਪੈਸੇ ਆ ਗਏ ਮੈਂ ਨਾ ਉਹਨੂੰ ਮੋਟੀਵੇਸ਼ਨ ਲੈ ਲਿਆ ਮੈਂ ਕਿਹਾ ਮੈਂ ਲੈਣਾ ਹੀ ਲੈਣਾ ਹੁਣ ਇਹਨਾਂ ਦੇ ਮੂੰਹ 'ਚੋਂ ਨਿਕਲ ਗਿਆ ਉਹ ਚੁਗਲੀਆਂ ਕਰ ਆਪਦੇ ਜਾਣੇ ਤਾਂ ਪਿੰਡ 'ਚ ਚੁਗਲੀਆਂ ਕਰਦੇ ਸੀ ਵੀ ਹਾਂ ਇਹਨੇ ਜਹਾਜ਼ 'ਚ ਹਿੱਸਾ ਲੈ ਲਿਆ ਵੀ ਇੰਨਾ ਟਰੈਵਲ ਕਰਦੀ ਹੈਗੀ ਪਰ ਮੈਂ ਉਹਦੇ ਲਈ ਉਹਨੂੰ ਨਾ ਮੋਟੀਵੇਸ਼ਨ ਲੈ ਲਿਆ ਮੈਂ ਕਿਹਾ ਮੈਂ ਹੁਣ ਜਹਾਜ਼ ਲੈਣਾ ਹੀ ਲੈਣਾ ਚਾਹੇ ਕੁਝ ਵੀ ਹੋ ਜਾਏ ਤੇ ਦੈਟਸ ਵਾਈ ਆਮ ਲਾਈਕ ਆਈ ਵਾਂਟ ਟੂ ਬਾਈ ਅ ਪ੍ਰਾਈਵੇਟ ਜੈਟ ਇਨ 365 days see it's not an easy task ਬਟ ਕਹਿੰਦੇ ਹੁੰਦੇ ਨਾ ਕਿ ਜਦ ਤੱਕ ਤੁਸੀਂ ਗੋਲ ਨਹੀਂ ਸੈੱਟ ਕਰੋਗੇ ਜਦ ਤੱਕ ਤੁਸੀਂ ਸੁਪਨਾ ਨਹੀਂ ਦੇਖੋਗੇ ਤਦ ਤੱਕ ਰਿਐਲਿਟੀ ਕਿੱਦਾਂ ਬਣੇਗੀ ਹੁਣ ਤੁਸੀਂ ਵੀ ਤਾਂ ਨਿਸ਼ ਸ਼ੇਅਰ ਦਾ ਸੁਪਨਾ ਦੇਖਿਆ ਸੀਗਾ ਸ਼ਾਇਦ 1-2 ਸਾਲ ਨਹੀਂ ਵਰਕਆਊਟ ਹੋਇਆ ਹਨਾ ਯੂ ਆਰ ਵਰਕਿੰਗ ਔਨ ਇਟ ਬਟ ਤੁਹਾਨੂੰ ਇੱਕ ਵਿਜ਼ਨ ਲਾਈਕ ਉਹ ਕੀ ਕਹਿੰਦੇ ਕਲੈਰਿਟੀ ਨਹੀਂ ਮਿਲੀ ਇਟ ਟੁਕ ਯੂ 1 or 2 years to get clarity I think same way I'm gonna get private jet no doubt and I'm gonna travel to Mumbai to meet you. Oh my God, I would love to meet you. I would come to receive you from the airport. Yeah. Definitely. So that's that cool. Was... how many days into 365 days now? 100 and I think 15. Okay. So, I wish you all the best. Thank you so much. I'm so proud of you for even having that dream. That's yeah, because ਕੋਈ ਨਹੀਂ ਡ੍ਰੀਮ ਕਰਦਾ ਲੋਕੀ ਮੇਰੀਆਂ ਨਾ ਲੱਤਾਂ ਵੀ ਬਹੁਤ ਖਿੱਚਦੇ ਹੈਗੇ ਆ ਤੁਹਾਨੂੰ ਪਤਾ ਆਪਣੇ ਪੰਜਾਬੀ ਲੱਤਾਂ ਜ਼ਿਆਦਾ ਖਿੱਚਦੇ ਹੈਗੇ ਸਪੋਰਟ ਘੱਟ ਕਰਦੇ ਆ ਪਰ ਕਰਦੇ ਵੀ ਆ ਬਹੁਤ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਆ ਬਟ ਜਦ ਤੱਕ ਆਪਾਂ ਸੁਪਨਾ ਨਹੀਂ ਦੇਖਾਂਗੇ ਚਾਹੇ ਉਹ ਔਕਾਤ ਤੋਂ ਬਾਹਰ ਹੀ ਹੈ ਲੋਕੀ ਮੈਨੂੰ ਕਹਿੰਦੇ ਔਕਾਤ 'ਚ ਵੀ ਨਹੀਂ ਹੈਗਾ ਏਦਾਂ ਦਾ ਸੁਪਨਾ ਕਿਉਂ ਦੇਖਣਾ ਮੈਂ ਕਿਹਾ ਜਦ ਤੱਕ ਸੁਪਨਾ ਨਹੀਂ ਦੇਖਾਂਗੇ ਰਿਐਲਿਟੀ ਕਿੱਦਾਂ ਬਣੇਗੀ ਹੈ ਨਾ ਮੈਂ ਇੱਕ ਪਿੰਡ ਤੋਂ ਆ ਰਹੀ ਹਾਂ ਜਿੱਥੇ ਮੈਨੂੰ ਦੁਬਈ ਦਾ ਕਦੇ ਮੈਂ ਨਾਮ ਵੀ ਨਹੀਂ ਸੁਣਿਆ ਸੀਗਾ ਬਟ ਮੈਂ ਸੁਪਨਾ ਦੇਖਿਆ ਕਿ ਮੈਂ ਕਦੀ ਦੁਬਈ ਜਾਵਾਂਗੀ ਤਦੀ ਮੈਂ ਇੱਥੇ ਬੈਠੀ ਹਾਂ ਨਾ ਬਿਕਾਜ਼ ਵੈਨ ਆਈ ਵਾਜ਼ ਇਨ ਪੰਜਾਬ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਕਦੀ ਜਾ ਵੀ ਸਕਦੀ ਹਾਂ ਦੁਬਈ 'ਚ ਜੇਬ 'ਚ 10 ਦਰਾਮ ਨਹੀਂ ਹੁੰਦੇ ਸੀਗੇ ਸੁਪਨਾ ਸੀਗਾ ਦੁਬਈ ਆਉਣ ਦਾ So ਬਹੁਤ ਜ਼ਰੂਰੀ ਹੈ dreaming is very important I think I'm learning here a lot from you right now it's the other way around I've come here to get inspired from you no I'm here to get inspired from you I think ਆਪਾਂ same level ਤੇ ਹੈਗੇ we have that mindset right growing mindset ਦੇ ਲੋਕ ਹੁੰਦੇ ਨਾ ਜਿਹੜੇ they like to learn from each other ਐਦਾਂ ਨਹੀਂ ਸੋਚਦੇ ਕਿ ਹਾਂ ਮੈਂ ਤੇਰੇ ਤੋਂ ਉੱਪਰ ਹਾਂ ਕਈ ਲੋਕ ਐਦਾਂ ਹੁੰਦੇ ਆ ਉਸਦੇ so they think oh I'm bigger than you I have more followers than you I'm more successful than you then like but I'm different like I want to learn from ਜਿਹੜਾ ਬੰਦਾ ਮੇਰੇ ਤੋਂ ਘੱਟ ਕਰ ਰਿਹਾ ਜਾਂ ਵੱਧ ਕਰ ਰਿਹਾ ਮੈਂ ਸਾਰਿਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੀ ਹੈਗੀ and that's how it should be I think and that's how you can grow ਜੇ ਤੁਸੀਂ ਮਲਟੀ ਮਿਲੀਅਨਰ ਬਣਨਾ ਹੈ ਤੇ ਐਦਾਂ ਹੀ ਮਾਈਂਡਸੈਟ ਇਸੇ ਮਾਈਂਡਸੈਟ ਲਈ ਨਹੀਂ ਬਣ ਸਕਦੇ ਹੋਗੇ ਚਲੋ ਜੀ just a second ਕਿੱਥੇ ਜਾਣਾ ਹਾਂ ਸੋਸ਼ਲ ਮੀਡੀਆ ਬਾਰੇ ਮੈਂ ਜਾਣਨਾ ਤੁਹਾਡੇ ਤੋਂ You have a big following on Instagram, YouTube, everywhere. I think TikTok te vi sigi. I think tusi TikTok band ho gaya India ch, hai na? Loki kehnde hai in social media is only for fun. Nachan kudan lai hai, entertainment lai hai. How did it help you? I know it helped you big time. I want to know and I want to let my audience know ਕਿ ਕਿੱਦਾਂ ਤੁਹਾਨੂੰ social media ਤੋਂ ਕਿੱਦਾਂ business ਆਇਆ ਤੁਸੀਂ ਕਿੱਦਾਂ ਆਪਣੀ target audience ਨੂੰ ਕਿੱਦਾਂ hit ਕੀਤਾ ਮੈਂ ਵੀ ਪਹਿਲਾਂ ਨੱਚਣ ਕੁੱਦਣ ਦੇ ਲਈ ਇਸਤੇਮਾਲ ਕਰਦੀ ਸੀ entertainment ਦੇ ਲਈ ਔਰ ਜੇ project release ਹੋ ਰਿਹਾ ਤਾਂ ਕੁਝ post ਕਰ ਦੋ but with Nish if you see it for the first 3 years when I started the business it was a very picture heavy platform tad videos nahi hundi si reels came in 2020 the only thing that worked for me was consistency and also because I love social media it's also you need to love it
True. I genuinely do. I love posting photos. That's what got me to Bombay. On Facebook, I would post my photos. Yeah, I always liked posting. I always liked that if somebody likes a photo, I like that outside validation. Right. I do. ਮੈਨੂੰ ਚੰਗਾ ਲੱਗਦਾ ਹੈ ਜਦ ਕੋਈ ਚਿੰਟੂ ਚੰਡੀਗੜ੍ਹ ਤੋਂ ਕਹਿੰਦਾ ਹੈ ਉਹ ਕਿੰਨੀ ਸੋਹਣੀ ਲੱਗ ਰਹੀ ਹੈ ਮੈਨੂੰ ਚੰਗਾ ਲੱਗਦਾ That's so funny. ਚਿੰਟੂ ਚੰਡੀਗੜ੍ਹ ਤੋਂ ਫਿਰ ਗਾਲਾਂ ਵੀ ਕੱਢਦੇ ਹੈਗੇ ਉਹ ਮੈਨੂੰ ਬਹੁਤ ਕੱਢਦੇ ਫਿਰ ਮੈਂ ਕਹਿੰਦੀ ਹਾਂ ਮੈਨੂੰ ਨਹੀਂ ਫਰਕ ਪੈਂਦਾ ਚਿੰਟੂ ਚੰਡੀਗੜ੍ਹ ਚ ਬਹਿ ਕੇ ਕੀ ਕਹਿ ਰਿਹਾ ਬਟ ਜੇ ਚੰਗੀ ਚੀਜ਼ ਹੈ I take it I like it. That's how it should be. Mindset ਹੋਣਾ ਚਾਹੀਦਾ, positive mindset. Take it in a positive way. Always. So I would always use it for posting content that I liked. If I'm traveling, I would post about my travel. I would post stories. And with my business also, I don't know. I thought मेरे लिए कोई और था नहीं करना ला, मैंने ही करना है. Of course. So I would keep on posting. I would post जी मैंने जी ना मेरा मन कितना. When I saw that people liked, because it took a lot of time. You need to see hair extensions a category. I mean, I built India's first online company. Nishhair.com is first online company of hair extensions. There was no other company before. Wow. So when I started talking about it, it took 2-3 years for people to get warmed up ki hair extensions wig nahi hundi, unnatural nahi lagdi. Every video I would just take out my hair and be like, this is how easily you can wear it. You had it all this time? I had it all this time. I have more. Because I told you, Dubai heat, I can't keep my hair. So I would just show very quickly. That's and amazing. That would drop the jaw of people. And they'll take interest, and then I would. So first I'll get their attention, and then educate them about the product because it requires educating people. Of course, मेरे mindset भी इतना सीखा कि हाँ hair extension means like ऐथों बाल निकल रहे होंगे, ऐथों इतना हो रहा है, ऐथों बाल सिर बिंगा दिखेगा, टेढ़ा दिखेगा मतलब ज़्यादा पंजाबी होगी. Binga I've not heard in many days. Binga means टेढ़ा. I know. Okay, you know. Because I didn't hear it in a long time, तो मैंने funny लगा. बहुत कुछ सुनने मिलेगा मेरे तो. तो मैंने इतना लगता सी टेढ़ा मेढ़ा सिर दिखेगा. तो इसलिए मैं मेरे बाल थोड़े जे पतले है ना, तो मैंने बहुत शौक सीगा हेयर एक्सटेंशन का. मैं लेतियां भी पता कितने दी एक्सटेंशन लेती है 1200 dirham दी एक क्लिप, 2 क्लिप्स लेती है 3000 dirham. दैट मीन्स इंडिया ਦਾ 80000 90000 ਇੰਨਾ ਮਹਿੰਗਾ ਹੁੰਦਾ. That's why I created online so that it was easy for people to shop. Exactly. ਤਾਂ ਉਹ ਵੀ ਨਾ ਮੈਂ ਕਦੇ ਲਾਈਆਂ ਨਹੀਂ, 1-2 ਵਾਰ ਲਾਈਆਂ. ਉਹ comfortable ਨਹੀਂ feel ਹੁੰਦਾ, ਏਦਾਂ ਲੱਗਦਾ uncomfortable feel ਹੁੰਦਾ ਹੈ. And this looks so good. I didn't even know that you have. It's like just take your hair and put it. There's a clip here. Oh, hold the clip. It's a clip ponytail. Acha. I curled it with my hair. Okay, let me try. I don't know how I will fix it. Oh, damn. It's looking pretty. Good? I don't know if I have my phone. Okay, I'm going to keep it. Keep it. For the podcast. Keep it. It's nice. But see it yourself if you like it. Okay, let me see. It's very snatched on you. Oh, yeah. That feels so good. My head feels heavy and it feels like I have hair. Because it feels heavy, like uncomfortable. No, uncomfortable नहीं. ਵਾਲਾ heavy. Because ਮੇਰੇ ਵਾਲ ਇੰਨੇ thin ਹੈ, ਮੈਨੂੰ ਕਈ ਵਾਰ ਇਦਾਂ ਲੱਗਦਾ ਗੰਜੀ ਲੱਗਦੀ ਹੈ ਮੈਨੂੰ ਆਪਣੇ. Like it's thin. I have good hair, but very thin. ਪਤਲੇ ਹੈਗੇ. ਤੇ this feels good. Your hair has transferred now. Guys, how does it look? Niche hair. Alex Sheik, you're matching. Like, we have the same hairstyle right now, in a way. Oh, yes. Exactly. जिस दिन खोल गया ना store, मैंने दस्यो. I'll call you. I'll call you on the launch. Of course, I'm going to be there. On the launch. We're launching in September. And I would love to have you. Okay, perfect. I would love to. Shark Tank ਤੇ ਆਉਣ ਤੋਂ ਬਾਅਦ ਉਸ ਪਲੇਟਫਾਰਮ ਤੇ ਜਦੋਂ ਤੁਸੀਂ ਆਏ ਉਦੋਂ ਸਭ ਤੋਂ ਫੇਮਸ ਐਂਡ ਸਕਸੈਸਫੁਲ ਪ੍ਰੋਡਕਟ ਸੀਗਾ ਤੁਹਾਡਾ ਟੌਪਰ, ਹੈ ਨਾ? ਉਸ ਤੋਂ ਬਾਅਦ ਕਿਹੜੇ ਪ੍ਰੋਡਕਟ ਆਏ ਜਿਹੜੇ ਹਿੱਟ ਹੋਏ, ਲਾਈਕ or something maybe coming up ਜਿਹੜੇ ਤੁਹਾਨੂੰ ਲੱਗਦੇ ਹੈ ਕਿ ਬਹੁਤ ਹਿੱਟ ਹੋਣ ਵਾਲੇ ਹੈਗੇ ਪ੍ਰੋਡਕਟ? The product you're wearing is one of the new launches. Really? ਇਹਨੂੰ ਕਹਿੰਦੇ ਨੇ claw clip ponytail. You just clip it and you get the ponytail. There are clip-on buns, which again you can just clip it and it gives you half bun. New color strands we keep on making. I got you a color strand. Okay, I'm going to try. We will try it. I got you a turquoise color. Although red is your color, but main jira carry kita si, I got that. Other than that, we want to make more things for cancer patients. So I focus on making chemo wigs. Now I want to make something that's even more lightweight, different lengths. Because once you go through chemotherapy, it's very important that, you need to cover your head. Right.
So I want to make different sizes, different styles of wigs, and I want to focus on that area. That's very interesting. yeah. You're so thoughtful. You're so thoughtful. Hair Not means everybody everything. people think only about, business and money, but this is very creative because you're thinking for cancer patients. And Yeah. it's very emotional, है ना, ਜਦੋਂ ਉਹ ਇਸ chemotherapy ਦੇ through ਜਾ ਰਹੇ ਹੁੰਦੇ ਹੈਗੇ, giving them hope of getting their hair back. Yeah, we can't even imagine what they must be going through. Imagine ਕੱਲ ਸਾਡੇ ਵਾਲ ਨਹੀਂ ਰਹਿ ਗਏ ਤਾਂ how will you feel? ਆਪਣੇ 4 ਵਾਲ ਝੜ ਜਾਣ, ਆਪਾਂ ਨੂੰ ਟੈਨਸ਼ਨ ਹੋ ਜਾਂਦੀ ਹੈ, ਦਵਾਈਆਂ ਖਾਣੇ ਆਪਾਂ ਕਿ ਹਾਂ ਹੇਅਰ Yeah. ਫਾਲ ਹੋ ਰਿਹਾ ਹੈ. ਇਮੇਜਿਨ ਇਫ ਯੂ ਡੋਨਟ ਹੈਵ ਹੇਅਰ ਐਟ ਆਲ. ਗ੍ਰੇਟ. ਹੁਣ ਮੈਂ ਇੱਕ ਹੋਰ ਤੁਹਾਡੇ ਸੋਸ਼ਲ ਮੀਡੀਆ ਤੇ ਰੀਸੈਂਟਲੀ ਪੋਸਟ ਦੇਖ ਰਹੀ ਹਾਂ ਕਾਫੀ ਟਾਈਮ ਤੋਂ, your series, your new series. I want to know more about it. Blue tick verification. Blue tick verified. ਅੱਜ ਕੱਲ੍ਹ ਬਹੁਤ craze ਹੈ ਲੋਕਾਂ ਨੂੰ blue tick ਹੋਣੀ ਚਾਹੀਦੀ ਹੈ. If you have a blue tick, that means you're a big person or big celebrity. Yeah. I want to know more about the series, when it's launching, releasing, and what is it about, and what's your role in it? Oh, it's exciting because it released on 19 July. Or released? Yeah, it released Amazing. on Epicon, Right. a new platform है. मेरा कैरेक्टर जो है वो दिल्ली तो है, एक लड़की, ਉਹਨੂੰ बनना है एक्ट्रेस. अच्छा. इंडस्ट्री तो नहीं है, फैमिली भी इंडस्ट्री तो नहीं है, ਉਹਨੂੰ ਇੰਨਾ ਨਹੀਂ ਪਤਾ that she ends up using social media as a tool. Right. ਤਾਂ she makes content on that. ਉਹ ਉसी ਤੇ ਹੀ ਸਭ ਕੁਝ ਕਰਦੀ ਹੈ. Right. You see how social media can also get to you is what we've tried to show through the series. So it's a rise and a fall of a social media star, and then how she gets back up again. For lack of a better word, it's like fashion, but social media, and it's not A-rated. It's for kids also. That's nice. And what's your role in it? Like, I'm you're the main lead, person. I'm the person, and you're the one who's the influencer. Yes, and she ends up becoming an influencer, ends up getting that verification. But us sab de vich ki hunda hai is what we've tried to Struggles, show. challenges. Ki how you lose touch with reality when social media takes over. Tusi bhul jande ho ki ho raha hai. True, and especially I think in India, मैं जो realize kita, I've been living in Dubai from 11 years, but of course I have roots from India. मैं हमेशा ਮੈਨੂੰ update ਰਹਿੰਦੇ ਹੈਗੇ, है ना. India ਦੇ ਵਿੱਚ social media ਲੋਕਾਂ ਦੇ ਦਿਮਾਗ ਤੇ ਚੜਿਆ ਹੋਇਆ ਹੈ right now. Yeah. Since COVID, I think people do not want to do a real job. All was influencer बनना चाहते हैं कि social media fame चाहते हैं, that's it. और वो भी नहीं productive influencing भी नहीं कर देगी वो, है ना, like मैंने लगता है population इतनी है ना, there are good people also, there are people who are not that experienced also, because population इतनी है नजर च आ जाता है. Here also I'm sure there are people all around the world, there are people, right, it's just our population is a lot, right, so it comes in your eye. But like let's say ਤੁਹਾਡਾ Instagram ਜਦ ਮੈਂ ਦੇਣੀ ਹੈ, ਤੁਹਾਡਾ platform ਦੇਣੀ ਹੈ, I get to learn something. I want to keep watching you, I want to keep looking at your new videos, because I feel like ਉਹ subconscious mind ਚ ਹੁੰਦਾ ਨਾ, ਜਦ ਵੀ ਮੈਂ ਪਾਰੁਲ ਦੀ ਵੀਡੀਓ ਦੇਖੂੰਗੀ ਮੈਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ, ਨਵਾਂ ਕੁਝ ਦੇਖਣ ਨੂੰ ਮਿਲੇਗਾ, exciting, instead of ਕਿਸੇ ਨੂੰ follow ਕਰਨਾ ਜੋ ਕੁਝ ਵੀ productivity ਨਹੀਂ ਹੈਗੀ, there's nothing to learn, ਹੈ ਨਾ, nothing new. So I think majority unproductive reels and like ਉਹਦੀ ਹੈਗੀ, ਬਹੁਤ ਘੱਟ ਲੋਕੀ ਹੈ ਜਿੱਦਾਂ ਜੋ ਕੰਮ ਤੁਸੀਂ ਕਰ ਰਹੇ ਹੋ ਉੱਦਾਂ ਦੀ ਜੋ ਵੀਡੀਓਜ਼ ਬਣਾਉਂਦੇ ਆ ਜਾਂ ਫਿਰ. So another question, ਜਦੋਂ ਤੁਸੀਂ ਸ਼ਾਰਕ ਟੈਂਕ ਤੇ ਗਏ ਹੈ ਨਾ, ਉਸ ਤੋਂ ਬਾਅਦ ਤੁਹਾਡੇ ਬਿਜ਼ਨਸ ਤੇ ਕੀ ਇੰਪੈਕਟ ਪਿਆ? ਮੈਨੂੰ ਤਾਂ ਲੱਗਿਆ ਚੰਗਾ ਹੀ ਇੰਪੈਕਟ ਪਿਆ, ਬਿਕਾਜ਼ ਇੱਕ credibility ਆ ਗਈ when you see a business on a national television, and I think it struck a chord with a lot of people, relativity ਵੀ ਲੱਗੀ ਲੋਕਾਂ ਨੂੰ. ਮੇਰੇ ਲਈ ਤਾਂ ਵਰਕ ਕੀਤਾ, ਮੈਨੂੰ ਲੱਗਦਾ. ਸੇਲਸ ਉੱਪਰ ਏਦਾਂ ਜਾ ਰਹੀ ਸੀ ਏਦਾਂ. I think a lot of people came on my page because a product ਏਦਾਂ ਦਾ ਹੈ, you do not decide immediately ਕਿ ਤੁਸੀਂ purchase ਕਰੋਗੇ. Right. You think about it ਕਿ ਮੇਰੇ ਲਈ match ਕਰੇਗਾ ਨਹੀਂ ਕਰੇਗਾ. My website had a lot of people. Sales took time, but still people are coming after watching that one pitch. So it didn't happen that overnight. I mean, I went 10x. Right. It was 2x probably on the first night, or 3x. Very nice. But a lot of people stayed from Shark Tank, and till date they keep on coming if they've made up their mind to buy. True. For me, it was a very different experience. For some brands, it's like they shop immediately. I think
ਮੈਨੂੰ ਜੋ ਲੱਗਦਾ ਹੈ ਮੇਰੇ ਨਾਲ ਵੀ ਸੇਮ ਐਕਸਪੀਰੀਅੰਸ ਹੁੰਦਾ ਹੁਣ ਕਿਸੇ ਨੇ ਪ੍ਰਾਪਰਟੀ ਖਰੀਦਣੀ ਹੈ exactly they won't just follow me today and tomorrow they'll call okay I want to buy property you have to keep showing them every single day every morning evening afternoon you have to keep showing that I'm here for good I'm here to stay ਮੈਂ ਨਹੀਂ ਹੈਗਾ ਕਿ ਮੈਂ ਅੱਜ ਇੱਥੇ ਹੈਗੀ ਆ ਮਹੀਨੇ ਬਾਅਦ ਗਾਇਬ ਹੋ ਜਾਊਂਗੀ ਹੈ ਨਾ ਸੋਸ਼ਲ ਮੀਡੀਆ ਤੋਂ ਸੋ ਆਈ ਹੈਵ ਕਲਾਇੰਟਸ ਜੋ ਮੈਨੂੰ ਪਿਛਲੇ 2-3 ਸਾਲਾਂ ਤੋਂ ਫੋਲੋ ਕਰ ਰਹੇ ਆ they didn't buy property they didn't contact me they didn't message me 2 ਸਾਲ ਬਾਅਦ ਉਹ ਮੈਨੂੰ ਮੈਸੇਜ ਕਰਦੇ ਆ ਕਾਲ ਕਰਦੇ they come and buy property and they always say ਕਿ ਅਸੀਂ ਤੈਨੂੰ ਪਿਛਲੇ 2 ਸਾਲ ਤੋਂ ਫੋਲੋ ਕਰ ਰਹੇ ਆ we saw that you're here you're consistent you're honest ਤੋ ਇੱਥੇ permanent ਹੈ ਇਹ ਨਹੀਂ ਹੈਗਾ ਕਿ ਸਾਨੂੰ property ਦਵਾ ਕੇ ਭੱਜ ਜਾਈਏ ਹੈ ਨਾ same thing I think with your business people ਤੁਸੀਂ ਰੋਜ਼ ਉਹਨਾਂ ਨੂੰ ਦਿਖਾਉਂਦੇ ਰਹੋਗੇ ਕਿ this is my product this is I'm here to stay है ना then they believe in you then they believe in your product then they buy after a few months or years then they come back and then they stay with you then they loyalty I think that's what happened in my case also very nice and I want to know ਤੁਹਾਡਾ ਬਿਗੇਸਟ ਫੀਅਰ ਕੀ ਹੈ ਕਿਉਂਕਿ ਤੁਸੀਂ ਇੰਨਾ ਕੁਝ ਕਰ ਰਹੇ ਹੋ ਹਨਾ ਕੁਝ ਨਾ ਕੁਝ ਤਾਂ ਮਨ ਚ ਹੋਊਗਾ ਹਨਾ ਕਿ ਏਦਾਂ ਨਾ ਹੋ ਜਾਏ ਉਦਾਂ ਨਾ ਹੋ ਜਾਏ what's your biggest fear the biggest fear is that my body shall never stop working because that would be the day I mean I think that's that I'm not scared of if things will not work or whatever that's not in my control right in my control will always be my body right and I hope I never lose the will to work I hope I never lose the ideas that I get because I think anything is just my mind and my body. True. I agree with you. And my soul. I hope they stay healthy always. Yeah. Would be my only thing I would always pray for. You will. You have blessings from all the people who are you giving hopes to. You have blessing of the whole India and Dubai now. Oh, yeah. And how do you keep your team motivated? The reason is question ਦੇ ਹੈ ਕਿ ਮੇਰੀ ਆਪਣੀ ਟੀਮ ਹੈ ਮੈਂ ਤਾਂ ਤੰਗ ਆ ਜਾਂਦੀ ਹੈਗੀ ਮੇਰੇ ਹੱਥ ਖੜੇ ਹੋ ਜਾਂਦੇ ਹੈਗੇ ਕਿਉਂਕਿ ਜਿਹੜਾ ਵਿਜ਼ਨ ਤੁਹਾਡਾ ਜੋ ਤੁਹਾਡਾ ਗੋਲ ਹੈ ਨਾ ਸ਼ਾਇਦ ਤੁਹਾਡੀ ਟੀਮ ਨਹੀਂ ਸਮਝ ਪਾਉਂਦੀ ਕਈ ਵਾਰ because you yourself you have bigger goals and only you can see your vision only you can see your product the way you want to see ਹੈ ਨਾ ਤੁਹਾਡੀ ਟੀਮ ਕਈ ਵਾਰ ਨਹੀਂ ਦੇਖ ਪਾਉਂਦੀ ਤੁਹਾਡੇ ਵਿਜ਼ਨ ਹੈ ਨਾ ਤੁਸੀਂ ਕਿੱਦਾਂ ਉਹਨਾਂ ਨੂੰ ਅਲਾਈਨ ਕਰਦੇ ਹੋ ਕਿੱਦਾਂ ਉਹਨਾਂ ਨੂੰ ਮੋਟੀਵੇਟਡ ਰੱਖਦੇ ਹੋ to reach on your level of motivation First thing you need to accept is that it's not their vision. They're just helping you. And first thing, it becomes easier because earlier I would expect so much from them. And then I realized, I have all women's team. So I will always expect that, okay, she will do it this way or she should also understand my passion. She wouldn't. She's here for some time. She's a young girl. She wants to probably run her own house right now. Her main priority is to get out by 6 o'clock so that she can spend time with her friends. But my goal only becomes that in whatever 8 hours, 7 hours she's in the office, how I can keep her happy, how I can also let her know that you are helping me and I'll also help you in whatever way you want. So also being a leader is not about you. It's about them always. A good leader always thinks about their team and their needs. Then they will think about your needs. So I try to, and I have a business coach now who guides me on all of this. Amazing. So I didn't study business, right? So I was figuring out how do I sustain this for years. For me, my goal is to build a legacy. I'm not doing this for 5-10 years. Right. I want this to stay even after I'm gone, my business, or whether it's my characters. But in business, it's my team. How I will have them see my dream would be only if I understand their needs. Definitely. And I think jo tusi hun kya hai na, this is going to be so helpful for me because मैं भी इतना सोचती हैंगी. I think I need to learn from you this one because I think कि मेरे ਜਿਹੜੀ ਟੀਮ ਹੈ ਹਨਾ ਉਹ ਮੇਰਾ ਵਿਜ਼ਨ ਦੇਖਣ ਹਨਾ ਮੈਂ ਉਹਨਾਂ ਤੇ ਪ੍ਰੈਸ਼ਰ ਪਾ ਦਿੰਨੀ ਹੈਗੀ so you need to reach this target you need to do this but ਉਸ ਲੈਵਲ ਤੱਕ ਨਹੀਂ ਪਹੁੰਚ ਪਾਉਂਦੇ ਕਿਉਂਕਿ that's not their vision they're just there to help you and they have their own priority and maybe they're young hana or I think when you're young when you especially in early 20s you really don't have goals and vision you just think not many people I'm not talking about
everyone. No, I understand what you're saying. So our job should be, after a point, first we need to tell them we trust you with this. Right. Delegate. Right. Once they can do it, great. Second time they don't do it, govern them. Third Right. time do hand holding. Right. And after third time they're not doing it, take a tough call, let them go. Yeah. So मैं अपने cousin ਨੂੰ ਬੁਲਾਇਆ ਪੰਜਾਬ ਤੋਂ to work with me, है ना? So he's only 18-year-old, just out from school, right? And मेरा almost 10-15 years ਦਾ experience है in Dubai and in industry, right? Yeah. मैं पता ਕੀ ਕਰਨ ਲੱਗੀ ਸੀ first 2 months I was pushing him to reach on my level. I was thinking he should work like me, he should talk like me, he should follow up with clients like me, he should act like me. फिर मेरे fiance ने मैंने समझाया, he's like, look at you, when you were 18 what were you doing? I was like, I was not doing anything, I was just chilling. Then he was like, at least he's doing something, he's with you, he's trying to do something, but don't pressure him too much because he needs time. Yeah. ਉਹ environment ਚ ਬਹੁਤ time ਲੱਗਦਾ ਉਹ work environment ਚ ਆਉਣ ਲਈ, ਹੈ ਨਾ? ਉਹ ਆਪਣਾ mindset ਬਣਾਉਣ ਲਈ you have to surround yourself with other successful people to become that person. Or best advice I think I can give to anybody who's building a team is be the boss that you wanted for yourself when you were 17-18. Yeah. Right? The kind of boss you would expect, who will also teach you. Yeah. But at the same time, if you make a mistake, give a nice pat to them. प्यार नाल, हाँ. प्यार नाल थोड़ी जी डांट दे दो. But understanding them. हाँ, मैं थोड़ी जी लड़ाकी है, मैं लड़ पैनी है. मैं भी हुंदी सी जब मैं नहीं पता सी. After having a business coach help me, he made me realize that imagine if there are 3 children, your own 3 kids, right, and one of them is not performing well, how would you talk to your kid? If you would dato them, then they will not come back to you. So they'll start hiding things from you. Yeah. You don't want it, right? So he gave me this very good example. If you have 2 daughters, one daughter hasn't gotten good marks in maths or some subject, right, and she comes to you. Right. How would you treat her? Same way, treat your team like your children. You have to. With love also, with dart also, with everything, but understanding them because they are not, at the end of the day, your blood relative. It's not their business. True. How you would make them dream that dream is only by understanding their dreams also in future. Yeah. Always ask them what are they looking for 2-3 years down the line. Right. What's if their their goal? interest is in it. For example, I never fire people. What I do, if I had a girl in customer support, she was great with talking with customers, but just she was not great with answering calls. I was like, I can't have you in this. So I moved her to front desk. But she's great. Now everybody comes looking for her. So always see what they are great at and put them in that department. That's amazing because ਉਹਨਾਂ ਦੀ ਹਰ ਬੰਦੇ ਦੀ ਆਪਣੀ quality ਹੁੰਦੀ ਹੈ ਨਾ, ਆਪਣਾ talent ਹੁੰਦਾ ਹੈ. So I think you have to find that talent in everyone and put them in the right place. I think that's what leader's job is, है ना? Yes. Totally. ਆਪਾਂ ਪੰਜਾਬੀ challenge ਕਰੀਏ? ਦੇਖਦੇ ਆ ਤੁਹਾਨੂੰ ਪੰਜਾਬੀ ਕਿੰਨੀ ਆਉਂਦੀ ਹੈਗੀ. ਪਾਰਲ ਜਦੋਂ ਮੈਨੂੰ ਮਿਲੀ ਸੀਗੀ ਨਾ, ਮੈਨੂੰ ਕਹਿੰਦੀ ਮੈਨੂੰ ਪੰਜਾਬੀ ਘੱਟ ਆਉਂਦੀ ਆ. ਹੁਣ ਪੰਜਾਬੀ ਰੁਕਦੀ ਨਹੀਂ ਤੁਹਾਡੀ, ਇੰਨੀ ਵਧੀਆ ਤਾਂ ਪੰਜਾਬੀ ਬੋਲੀ ਜਾਂਦੇ ਹੋ. ਪ੍ਰੈਕਟਿਸ ਨਹੀਂ ਹੁੰਦੀ ਨਾ ਬੰਬੇ ਰਹਿ ਕੇ, ਕੋਈ ਮੇਰੇ ਨਾਲ ਹੈ ਨਹੀਂ ਗੱਲ ਕਰਨ ਲਈ ਪੰਜਾਬੀ ਚ. ਬਿਲਕੁਲ ਸਹੀ ਹੈ. when I go to, as I told you, ਜਦ ਮੈਂ ਚੰਡੀਗੜ੍ਹ ਜਾਨੀ ਆ, I meet my director friends, my actor friends, ਉਹਨਾਂ ਦੇ ਨਾਲ ਫਿਰ ਪੰਜਾਬੀ ਨਿਕਲ ਜਾਂਦੀ ਹੈ. ਹਾਂ, ਪੰਜਾਬੀ ਬਹੁਤ ਸੋਹਣੀ ਬੋਲ ਰਹੇ ਹੋਗੇ ਤੁਸੀਂ. ਚਲੋ ਪੰਜਾਬੀ ਚੈਲੰਜ ਕਰਦੇ ਆ. ਮੈਂ ਤੁਹਾਨੂੰ ਕੁਝ ਵਰਡਸ ਪੁੱਛਾਂਗੀ ਜੋ ਠੇਠ ਪੰਜਾਬੀ ਚ, ਪਿਓਰ ਪੰਜਾਬੀ ਚ, ਤੇ ਤੁਸੀਂ ਦੱਸਣਾ ਤੁਹਾਨੂੰ ਆਉਂਦੇ ਆ ਕਿ ਨਹੀਂ. Okay. स्वागा. हाँ. Oh, you won't know. ये तो गांव में होता है. एग्रीकल्चर लैंड के ऊपर वो होता है कुछ. No, that is too deep. I think that you won't know. That's too much. बलूंगड़ा, पलंग, छोटा सा पलंग. बलूंगड़ा बिल्ली का बच्चा. Sorry, बिल्ली का बच्चा. हाँ. बंगूड़ा is छोटी जी मच्छी. बंगूड़ा ते बलूंगड़ा, मैं कंफ्यूज हो गई. बलूंगड़ा is बिल्ली दा बच्चा. बिल्कुल करेक्ट. बिल्कुल पास. 1 ਨੰਬਰ ਮਿਲ ਗਿਆ. ਅੱਧਾ ਨੰਬਰ ਪੈ ਕੇ ਪਹਿਲਾਂ ਗਲਤ ਗੈਸ ਕੀਤਾ ਸੀਗਾ. ਮੈਂ ਬੰਗੂੜਾ ਵੀ ਦੱਸਿਆ ਨਾ, ਮੈਨੂੰ ਤਾਂ 2 ਪੁਆਇੰਟਸ ਮਿਲਣੇ ਚਾਹੀਦੇ ਹੈ ਨਾ. ਤੇ ਹੋਰ ਕੀ ਪੁੱਛਣਾ ਸੀ ਤੁਹਾਨੂੰ? ਕਣਕ, गेहूं, ਝੋਨਾ. ਇਹ ਸੈਂਟੈਂਸ ਚ ਯੂਜ਼ ਕਰੋ. ਝੋਨਾ, ਝੱਜਾ. बैग. हाँ. No. Agriculture related है. Chona. Okay. Rice. Chona is rice. Oh. Yes. Chona is rice. Then belna. Oh, इतना पता है. बेलना था. कंदोली.
कंदौली सेंटेंस चूज करके दसो मैंने सेंटेंस मतलब इंग्लिश बोलो पंजाबी नहीं वर्ड लाइक एक लाइन बोलो ਉਹਦੇ ਚ यूज करो this word in Punjabi you can use मैं कंदौली ते ग्लास रखिया table no open kitchen ਪੰਜਾਬ ਚ ਨਾ ਪਿੰਡਾਂ ਦੇ ਵਿੱਚ open kitchen ਹੁੰਦੀ ਹੈਗੀ ਬਾਹਰ ਘਰ ਦੇ ਬਾਹਰ ਉਹਦੇ ਉੱਤੇ ਉਹ ਜਿਹੜੀ ਵਾਲ ਹੁੰਦੀ ਹੈਗੀ ਕਿਚਨ ਦੀ ਉਹਨੂੰ ਕੰਦੌਲੀ ਕਹਿੰਦੇ ਆ ਚੁੱਲਾ ਚੁੱਲਾ ਤੇ ਚੁੱਲਾ ਆਉਂਦੀ ਆ ਪੰਜਾਬੀ ਪਾਸ ਕਰ ਦਿੰਦੀ ਆ ਕੁੜੀ ਨੂੰ ਠੀਕ ਹੈ 33 ਤੋਂ 33 ਨੰਬਰ ਮਤਲਬ ਪੰਜਾਬ ਚ ਪਤਾ ਕੀ ਹੁੰਦਾ ਸੀ ਗਵਰਨਮੈਂਟ ਸਕੂਲ ਚ ਜੇ ਤੁਸੀਂ ਪੜ੍ਹੇ ਹੋ ਗਵਰਨਮੈਂਟ ਸਕੂਲ ਚ 33 ਨੰਬਰ ਜੇ ਆ ਗਏ ਤੁਹਾਡੇ ਤਾਂ ਪਾਸ ਸੋ 100 ਚੋਂ 33 ਨੰਬਰ ਪਾਰ ਹੁੰਦੇ ਪਾਸ ਲਾਸਟ ਕੁਐਸਚਨ ਓਕੇ ਪੁੱਛਣਾ ਮੈਂ ਤੁਹਾਡੇ ਤੋਂ ਕਦੇ ਏਦਾਂ ਫੀਲ ਹੋਇਆ ਕਿ ਦਿਸ ਇਜ਼ ਇਟ ਆਈ ਕਾਂਟ ਡੂ ਇਟ ਐਨੀਮੋਰ ਗਿਵਿੰਗ ਅਪ ਮਤਲਬ ਕਦੇ ਲਾਈਫ ਦੇ ਵਿੱਚ ਏਦਾਂ ਦਾ ਪੜਾਅ ਆਇਆ ਤੁਹਾਡੇ ਕਿ ਯੂ ਵਾਂਟ ਟੂ ਗਿਵ ਅਪ ਇਟਸ ਟੂ ਮਚ ਫॉर ਯੂ once this happened very recently because all of a sudden I'm a person who wants to do so much but at the same time doing this although I have a team but you do feel alone because the vision you have is only your vision right I want to open Nishar in several places physical stores I'm also wanting to act one of my shows I was shooting for kind of got shelved like it started and now then they stopped in the middle they haven't reached out and around that same time I was doing these trials in Pune I was sitting and I booked the hotel like a 5-star hotel and the whole space in there to do the trials and that first day not many people showed up and so many things happened one shoot got cancelled this didn't happen and I just sat for a minute and tears were rolling down. And I was like, should I just genuinely pick just one thing? Are people right that I should just do business and not do acting? Or should I just focus on acting? What am I doing? Why am I doing that? And I just kept on weeping, but I was angry. And then I was angry with myself after some time. That how can you even think that? Have you come I've not come this far to come just this far. You are ahead of the game, so you cannot. But it happened, and then I got angry with myself. How can I even think of giving up? But that moment just ऐसा feel हुआ ना. I can't tell you. I felt like मैं हार गई. नहीं. वो एक मिनट के लिए feel हुआ मुझे. I can imagine. It happens sometimes. Overwhelm हो जाते हो आप. बहुत सारी चीजें एक ही बार आपको वो कहते हैं क्रश कर देती है बहुत सारी चीजें क्योंकि आपका विजन कुछ और होता है and you wanna do it fast. You want to do it speed और हो नहीं रही होती उस स्पीड से और आपके साथ जो चल रहे होते हैं ना लोग they are there to support you your family your friends but वो कभी कभी वो विजन नहीं देख पाते जो आपका विजन है क्योंकि आपका विजन बहुत बड़ा है और मेरा भी प्राइवेट जेट का विजन है बट मेरे आसपास जो लोग हैं ना मुझे सपोर्ट कर रही है मेरी फैमिली एंड फ्रेंड्स बट मे बी वो उस लेवल पे नहीं देख रहे कभी कभी मैं भी फ्रस्ट्रेटेड हो जाती हूँ बट has it happened with you that you were like नहीं हो रहा not in recent years but yes beginning of my real estate career yes I felt because I didn't close a deal for 8 months in the beginning so 8 महीने बिना पैसे तो and I don't have a back support I don't have a family money or anything right I'm on my own सारे खर्चे अपने हुंदे हैगे and then दुबई च रहना कोई सस्ता नहीं हैगा बहुत महंगा इत्थे रहना है ना and then a kind of lifestyle I have the पैसा जरूरी है so 8 months I couldn't close the deal and I had a thought okay should I give up should I start something else then मेरे डायरेक्टर जेडे हैगे ना और जिन्होंने मैं काम करनी है they were like are you mad you are so talented you have the potential why don't you start social media that's when I started social media see every time when you're falling down something great happens हाँ मैं तो सोशल मीडिया ਤੇ ਮੇਰੇ ਪਤਾ ਫਾਲੋਅਰ ਕਿੰਨੇ ਹੁੰਦੇ ਸੀਗੇ ਇੰਸਟਾਗ੍ਰਾਮ ਤੇ 53 ਫਾਲੋਅਰਸ ਹੁੰਦੇ ਸੀਗੇ ਮੈਂ ਕਦੇ ਕੋਈ ਪੋਸਟ ਵੀ ਨਹੀਂ ਕੀਤੀ ਜ਼ੀਰੋ ਪੋਸਟ ਹੁੰਦੀ ਸੀਗੀ then my director was like okay it's not working for you relationships are not working for you start social media everybody is doing social media why don't you start then I started making videos for properties see since that day not looking back wow. It worked so well for me I think social media changed my life ਮੇਰਾ ਸਾਰਾ business social media ਤੋਂ ਆਂਦਾ ਹੈ Instagram to YouTube to and I'm glad I joined it and I mean like everybody should do it I think ਤੁਹਾਡੀ ਲਾਈਫ ਦੇ ਵਿੱਚ ਵੀ ਬਹੁਤ ਵੱਡਾ ਰੋਲ ਰਿਹਾ ਰੋਹਤਕ ਤੋਂ ਮੁੰਬਈ ਵੀ ਤੁਸੀਂ ਸੋਸ਼ਲ ਮੀਡੀਆ ਦੇ ਕਰਕੇ ਗਏ ਸੀ it changed my life social media even Nish here is doing so well I think social media ਦਾ ਕਾਫੀ ਵੱਡਾ ਹੱਥ ਹੈਗਾ ਉਹਦੇ ਵਿੱਚ ਹੈ ਨਾ I call myself a social media की देन हूँ हाँ exactly social media didn't have I don't know where I would have maybe speed नहीं मिलती मैंने just speed तो I've reached wherever I have exactly and same goes for you I believe like right totally social media did
wonders for me, and I think it's just a beginning. It's just the बहुत beginning. आगे जाना है. Another 2-3 years, Private jet one. we are gonna be the like richest Indian independent girls. You and me. Inshallah. And ਇੱਕ ਹੋਰ ਗੱਲ, audience ਨੂੰ ਤੁਸੀਂ ਕੀ advice ਦੋਗੇ ਕਿ just advice for young girls who are sitting in small towns in Punjab or rest of the world, like, you know? Wow. Yeah, this could be if anyone who's a young little girl who's watching this, believe in your dreams. I know there's a lot of chatter. People will tell you can't do it. If your gut says, because that is the moment, nothing is important. Money is not important. It's your will that's important, your will to do it. True. And knowing that, okay, the will doesn't mean that for 1 year you can do it. For 11 years, 12 years, can you sustain this pressure? And if your heart says yes, go for it. True. Yeah. I agree with you. And I think ਜਿਹੜੀ success ਹੁੰਦੀ ਹੈ ਉਹ 1 ਜਾਂ 2 ਸਾਲ ਚ ਨਹੀਂ ਆਉਂਦੀ. It takes years. More than a decade. I think It does. 10 ਸਾਲ ਲੱਗਦੇ ਕਿਸੇ ਵੀ ਫੀਲਡ ਦੇ ਵਿੱਚ ਤੁਹਾਨੂੰ ਐਕਸਪਰਟ ਹੋਣ ਲਈ, ਹੈ ਨਾ, ਕਿਸੇ ਵੀ ਫੀਲਡ ਦੇ ਵਿੱਚ ਸਕਸੈਸਫੁਲ ਹੋਣ ਲਈ. Most people give up before that. Most people give up within 1 or 2 years. They think, especially young generation, they think ਕਿ ਮਨਪ੍ਰੀਤ ਕਰ ਰਹੀ ਹੈਗੀ, we will start social media, maybe in 1 month we'll close deals. First 1 year of social media, I didn't even close 1 deal. You at least sold 2. You did 2 sales. मैं तो वो भी नहीं कीतियां सीगे. मैं तो एक भी deal नहीं close की थी. I started selling after 1.5 years. I had to force my friends. Those first 2 sales were my actor friends who I forced, and I sold them for no profit at all. जितने दा बनाया उन्ने दा sell करता. मैं was like कि sale होनी चाहिए बस. Amazing, but you're doing wonders. I love it, and I think young girls and young generation of India will learn a lot from you, and your Instagram is so motivating. Like मैं तो हमेशा scroll करती रहती हूँ. I want to learn a lot from you, and thank you so much for giving your time today, and thank you so much for coming on this podcast. And so guys, thank you so much for watching. See you till next time. Subscribe ਕਰਨਾ ਨਾ ਭੁੱਲਣਾ, ਤੇ description ਦੇ ਵਿੱਚ ਪਾਰੁਲ ਦੀ ID mention ਹੈ. Go check out her niche hair, and ਦੁਬਈ ਦੇ ਵਿੱਚ open ਹੋ ਰਿਹਾ. ਜੇ ਤੁਸੀਂ ਦੁਬਈ 'ਚ ਬੈਠੇ ਦੇਖ ਰਹੇ ਹੋਗੇ, do not forget to go and check out her collection in Al Seef. September 'ਚ open ਹੋ ਰਿਹਾ ਹੈਗਾ, ਤੇ ਮੈਂ ਤੁਹਾਨੂੰ ਐਡਰੈਸ ਭੇਜ ਦੂੰਗੀ. ਜੇ ਤੁਸੀਂ ਮੈਨੂੰ ਜਾਣ ਲਈ ਕਾਲ ਕਰ ਲਿਓ. Bye bye. Ta-da. So cute.